ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੋ ਸ਼ਬਦ ਦੀ ਵਿਚਾਰ ਕਰਨੀ ਹੈ, ਆਓ ਸਭ ਤੋਂ ਪਹਿਲਾਂ ਉਹਦੇ ਉਚਾਰਨ ਵੱਲ ਧਿਆਨ ਦਈਏ ਜੀ। ਬਿਲਾਵਲ ਮਹੱਲਾ ਪੰਜਵਾਂ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਨਮਸਕਾਰ ਡੰਡੋਤ ਬੰਦਨਾ, ਅਨਕ ਬਾਰ ਜਾਉ ਬਾਰੈ ਰਹਾਉ। ਊਠਤ ਬੈਠਤ ਸੋਵਤ जागत एह मन तुझे चितारै, सुख दुख इस मन की बिरथा तुझ ही आगे सारै। तू मेरी ओट बल बुद्ध तन तुम ही, तुम्हें मेरे परवारै। जो तुम करो सोई पल हमरे, पेख नानक सुख चरनारै। तू मेरी ओट बल बुद्ध तन तुम ही, तुम है मेरे परिवार है। जो तुम करहो सोई पल हमरे, पेख नानक सुख चरनार है। वाहिगुरु जी का खालसा वाहिगुरु जी की फतेह। ये जो शब्द है राग बिलावल विच दर्ज है। बिलावल महला पंजवा यानी कि धन गुरु अर्जन देव साहब जी की ये रचना है। प्रभ जी उसी अकाल पुरख ਨੂੰ ਸੰਬੋਧਿਤ ਹੈ, ਜਿਵੇਂ और ਅਸੀਂ ਕਈ ਨਾਮਾਂ ਨਾਲ ਸੰਬੋਧਿਤ ਕਰਦੇ ਹਾਂ ਇਸੇ ਤਰੀਕੇ ਨਾਲ। ਪ੍ਰਭ ਜੀ, हे ਅਕਾਲ ਪੁਰਖ, हे ਸੱਚੇ ਪਿਤਾ ਵਾਹਿਗੁਰੂ ਜੀ, ਤੂੰ ਮੇਰੇ ਪ੍ਰਾਣ ਆਧਾਰ ਹੈ। ਤੁਸੀਂ ਹੀ ਮੇਰੇ ਪ੍ਰਾਣਾਂ ਦਾ ਆਧਾਰ ਹੋ। ਭਾਵ ਜਿਹੜਾ ਮੇਰਾ ਬੇਸ ਹੈ ਨਾ, ਜੋ ਮੇਰੀ ਜ਼ਿੰਦਗੀ ਦਾ ਆਧਾਰ ਹੈ, ਜਿਹਦੇ ਬਿਨਾਂ ਕਹਿ ਸਕਦੇ ਕਿ ਮੈਂ ਕੀ ਬੇਸਹਾਰਾ ਹੋ ਸਕਦਾ। ਅਗਰ ਉਹ ਆਧਾਰ, ਉਹ ਕਹਿ ਸਕਦੇ ਸਹਾਰਾ ਮੇਰੀ ਜ਼ਿੰਦਗੀ ਵਿੱਚ ਨਾ ਹੋਏ, ਉਹ ਅਕਾਲ ਪੁਰਖ ਦਾ ਸਹਾਰਾ ਮੇਰੀ ਜ਼ਿੰਦਗੀ 'ਚ ਨਾ ਹੋਏ, ਤਾਂ ਮੈਂ ਕੀ ਹੋਵਾਂਗਾ? ਇੱਕ ਬੇਸਹਾਰਾ ਜਿਹਾ, ਇੱਕ ਲਾਚਾਰ ਜਿਹਾ ਹੋ ਜਾਵਾਂਗਾ। ਇਸ ਲਈ ਇਸ ਗੱਲ ਨੂੰ ਦ੍ਰਿੜ ਕਰਨਾ ਜਿਹੜਾ ਬੜਾ ਜ਼ਰੂਰੀ ਹੈ ਕਿ ਸਾਡੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਜੋ ਵੀ ਸਹੀ ਵਾਪਰ ਰਿਹਾ, ਜੋ ਵੀ ਸਾਨੂੰ ਸੁੱਖ ਸੁਵਿਧਾਵਾਂ ਮਿਲ ਰਹੀਆਂ ਹਨ, ਉਹ ਸਭ ਦਾ ਆਧਾਰ ਕੌਣ ਹੈ? ਪ੍ਰਭ ਜੀ, ਉਹ ਅਕਾਲ ਪੁਰਖ, ਉਹ ਵਾਹਿਗੁਰੂ, ਉਹੀ ਕਹਿ ਸਕਦੇ ਹਾਂ ਮੇਰੇ ਪ੍ਰਾਣਾਂ ਦਾ ਆਧਾਰ ਹੈ। ਨਮਸਕਾਰ ਡੰਡੋਤ ਬੰਦਨਾ। ਨਮਸਕਾਰ ਉਸ ਅਕਾਲ ਪੁਰਖ ਪਰਮਾਤਮਾ ਨੂੰ ਨਮਸਕਾਰ ਹੈ। ਡੰਡੋਤ ਬੰਦਨਾ, ਡੰਡੋਤ ਬੰਦਨਾ ਹੁੰਦਾ ਜਿਵੇਂ ਡੰਡੇ ਵਾਂਗੂ ਲੇਟ ਕੇ ਆਪਣੇ ਸਰੀਰ ਰੂਪੀ, ਜਦ ਆਪਾਂ ਕਹਿ ਸਕਦੇ ਹਾਂ ਕਿ ਉਸ ਨੂੰ ਨਮਸਕਾਰ ਕਰਦੇ ਹਾਂ, ਉਸ ਨੂੰ ਕਿਹਾ ਜਾਂਦਾ ਹੈ ਡੰਡੋਤ ਬੰਦਨਾ। ਭਾਵ ਡੰਡੇ ਵਾਂਗੂ ਲੇਟ ਕੇ। ਨਮਸਕਾਰ ਡੰਡੋਤ ਬੰਦਨਾ, ਅਨਕ ਬਾਰ ਜਾਉ ਬਾਰੈ। ਇਹ ਸੱਚੇ ਪਿਤਾ ਵਾਹਿਗੁਰੂ ਜੀ, ਮੈਂ ਤੁਹਾਡੇ ਤੇ ਅਨਕ ਬਾਰ, ਭਾਵ ਬਾਰ-ਬਾਰ, ਇੱਕ ਹੁੰਦਾ ਗਿਣਤੀ ਦਾ, ਹੈ ਨਾ, ਕਿ ਭਾਈ ਕੋਈ ਕਹਿੰਦਾ ਜੀ ਮੈਂ 10 ਦਿਨ ਜਾਵਾਂਗਾ, ਕੋਈ ਕਹਿੰਦਾ ਜੀ 5 ਦਿਨ ਜਾਵਾਂਗਾ, ਕੋਈ ਕਹਿੰਦਾ ਜੀ 40 ਦਿਨ ਜਾਵਾਂਗਾ। ਚਲੋ ਇਹ ਕਹਿ ਸਕਦੇ ਇੱਕ ਸ਼ੁਰੂਆਤ ਕਰਨ ਦਾ ਤਰੀਕਾ ਹੁੰਦਾ ਕਿ ਚਲੋ 40 ਦਿਨ ਜਾਈਏ ਤੇ ਮਨ ਨੂੰ ਇੱਕ ਆਦਤ ਜੀ ਬਣ ਜੇ, ਸਵਾਦ ਜਿਹਾ ਬਣ ਜੇ, ਤਾਂ ਕਿ ਉਹ ਪੂਰੀ ਜ਼ਿੰਦਗੀ ਨਾ ਛੱਡੇ। ਪਰ ਅਸੀਂ ਹੁੰਦਾ ਕਿ ਅਕਸਰ ਜੋ ਅਸੀਂ ਕਹਿ ਸਕਦੇ ਹਾਂ ਕਿਸਮ ਦਾ ਜਿਹੜਾ ਸੁੱਖਦੇ ਹਾਂ, ਜੋ ਇੱਕ ਆਪਣਾ ਦ੍ਰਿੜ ਕਰਦੇ ਹਾਂ, ਪਰ ਉਹਦੇ ਬਾਅਦ ਭੁੱਲ ਜਾਂਦੇ ਹਾਂ। ਪਰ ਇਹ ਜੋ ਸ਼ੁਰੂਆਤ ਕੀਤੀ ਗਈ ਸੀ, ਦਾ ਕਾਰਨ ਇਹੀ ਹੈ ਕਿ ਇੱਕ ਹੁੰਦਾ ਨਾ ਬੱਚੇ ਨੂੰ ਸਮਝਾਉਣ ਵਾਸਤੇ, ਬਈ ਤੂੰ ਇੰਨੇ ਦਿਨ ਇਹ ਕੰਮ ਕਰਨਾ ਹੈ, ਤੇ ਅਗਰ ਉਹਨੂੰ ਚੰਗਾ ਲੱਗੇਗਾ ਤਾਂ ਫਿਰ ਪੂਰੀ ਜ਼ਿੰਦਗੀ ਨਹੀਂ ਛੱਡੇਗਾ। ਇਸੇ ਤਰੀਕੇ ਨਾਲ ਮਨ ਨੂੰ ਸਮਝਾਉਣ ਵਾਸਤੇ ਇਹ ਕਈ ਵਾਰ ਅਜਿਹੇ ਤਰੀਕੇ ਕਰਨੇ ਪੈਂਦੇ ਆ। ਪਰ ਇੱਥੇ ਜੋ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ, ਉਹ ਕਹਿੰਦੇ ਕਿ ਗਿਣਤੀ ਵਾਲਾ ਨਹੀਂ, ਅਨਕ ਬਾਰ ਜਾਉ ਬਾਰ ਹੈ। ਮੈਂ ਤੇ ਤੇਰੇ ਤੇ ਬਿਨਾਂ ਕਿਸੇ ਹਿਸਾਬ ਦੇ ਕਦੇ ਵੀ ਹਮੇਸ਼ਾ ਹੀ ਅਨਕ ਬਾਰ, ਮਤਲਬ ਕਿ ਕਾਊਂਟਲੈਸ ਵਾਰੀ ਮੈਂ ਤੁਹਾਡੇ ਤੇ ਸਦਕੇ ਜਾਣਾ। ਬਾਰ ਹੁੰਦਾ ਕਿ ਲਾਈਕ ਆਪਣਾ ਆਪ ਵਾਰਨਾ, ਕਿਉਂਕਿ ਅਸੀਂ ਆਏ ਕਿੱਥੋਂ? ਉਸ ਅਕਾਲ ਪੁਰਖ ਨੇ ਸਾਨੂੰ ਭੇਜਿਆ, ਉਸ ਦਾ ਹੀ ਆ ਨਾ ਅਸੀਂ। ਅਗਰ ਉਹੀ ਗੱਲ ਹੈ ਕਿ ਉਸ ਦਾ ਹੀ ਅਗਰ ਅਸੀਂ ਜੋ ਦਿੱਤਾ ਹੈ, ਉਸ ਨਾਲ ਅਗਰ ਵਾਹਿਗੁਰੂ ਦੀ ਕਿਰਪਾ ਨਾਲ ਅਗਰ ਉਹ ਕੋਈ ਸਾਨੂੰ ਸੇਵਾ ਦਿੰਦਾ ਜਾਂ ਕਿਸੇ ਤਰੀਕੇ ਦਾ ਕੋਈ ਮੌਕਾ ਦਿੰਦਾ ਕੋਈ ਚੰਗਾ ਕੰਮ ਕਰਨ ਦਾ, ਤੇ ਅਸੀਂ ਪਿੱਛੇ ਕਿਵੇਂ ਹਟ ਸਕਦੇ ਹਾਂ? ਤੇ ਅਨਕ ਬਾਰ ਜਾਉ ਬਾਰ ਹੈ। ਵਾਹਿਗੁਰੂ ਜੀ, ਮੈਂ ਤੁਹਾਡੇ ਤੇ ਅਣਗਿਣਤ ਵਾਰ ਤੁਹਾਡੇ ਤੇ ਵਾਰਨੇ ਜਾਣਾ, ਬਲਿਹਾਰਨੇ ਜਾਣਾ, ਜਦ ਮਰਜੀ, ਭਾਵ ਕਹਿ ਸਕਦੇ ਹਾਂ ਕਿ ਤੁਹਾਡੀ ਸੇਵਾ ਲਈ ਹਾਜ਼ਰ ਹਾਂ। ਇਹਦਾ ਭਾਵ ਅਰਥ ਅਸੀਂ ਇਸ ਤਰੀਕੇ ਨਾਲ ਲੈ ਸਕਦੇ ਹਾਂ। ਇਹੀ ਜਿਹੜੀਆਂ ਹਨ ਰਹਾ ਵਾਲੀ ਤੁਕਾਂ ਹਨ, ਸ਼ੁਰੂਆਤ ਵਿੱਚ ਇਸ ਸ਼ਬਦ 'ਚ ਆਈਆਂ ਹਨ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਨਮਸਕਾਰ ਡੰਡੋਤ ਬੰਦਨਾ, ਅਨਕ ਬਾਰ ਜਾਉ ਬਾਰੈ ਰਹਾਉ। ਅੱਗੇ ਫਿਰ ਕਹਿੰਦੇ ਜੀ ਊਠਤ ਬੈਠਤ ਸੋਵਤ ਜਾਗਤ, ਯਾਨੀ ਕਿ
ਪਾਵ ਅਰਥ ਆਪਾਂ ਲੈ ਸਕਦੇ ਹਾਂ ਹਰ ਵੇਲੇ। ਸ਼ਾਬਦਿਕ ਅਰਥ ਹੋ ਜਾਏਗਾ ਨਾ ਉੱਠਣ ਵੇਲੇ, ਬੈਠਣ ਵੇਲੇ, ਸੌਣ ਵੇਲੇ ਜਾਂ ਫਿਰ ਜਾਗਣ ਵੇਲੇ। ਯਾਨੀ ਕਿ ਭਾਵ ਅਰਥ ਹੋ ਜਾਏਗਾ ਕਿ ਹਰ ਵੇਲੇ, ਹਰ ਦਮ, ਹਰ ਘੜੀ, ਹਰ ਪਲ ਇਹ ਮਨ ਤੁਝੇ ਚਿਤਾਰਾ ਹੈ। ਕਿ ਇਹ ਜਿਹੜਾ ਮਨ ਹੈ ਇਹ ਸਿਰਫ ਤੇ ਸਿਰਫ ਤੈਨੂੰ ਚਿਤਾਰੇ ਵਾਹਿਗੁਰੂ ਜੀ। ਅਜਿਹਾ ਸਾਡੇ ਤੇ ਕਹਿ ਸਕਦੇ ਹਾਂ ਕਿ ਤੁਸੀਂ ਕੋਈ ਅਜਿਹੀ ਜੁਗਤ ਸਾਨੂੰ ਸਿਖਾ ਦਿਓ, ਅਜਿਹਾ ਤਰੀਕਾ ਸਾਨੂੰ ਸਿਖਾ ਦਿਓ, ਅਜਿਹਾ ਆਪਣਾ ਸਿਰ ਤੇ ਮੇਰੇ ਪਰ ਹੱਥ ਰੱਖ ਦਿਓ ਕਿ ਸਾਡੀ ਵੀ ਅਜਿਹੀ ਅਵਸਥਾ ਬਣ ਜਾਏ। ਸੁਖ ਦੁੱਖ ਇਸ ਮਨ ਕੀ ਬਿਰਥਾ। ਜਿਹੜਾ ਸੁਖ ਹੋਰ ਦੁੱਖ ਹੈ, ਭਾਵ ਸੁਖ ਹੋਵੇ ਦੁੱਖ ਹੋਵੇ ਜਾਂ ਕੋਈ ਵੀ ਮਨ ਦੀ ਕੋਈ ਵੀ ਸਵਾਲ ਹੋਏ ਜਾਂ ਕੋਈ ਵੀ ਅਜਿਹੀ ਅਵਸਥਾ ਹੋਵੇ ਜੋ ਮੈਨੂੰ ਲੱਗਦਾ ਹੈ ਮੈਨੂੰ ਕਿਸੇ ਨਾਲ ਵਿਚਾਰਨੀ ਚਾਹੀਦੀ ਹੈ, ਤੁਝ ਹੀ ਆ ਗਏ ਸਾਰਾ। ਤੇ ਅਜਿਹੀ ਅਗਰ ਖੇਡ ਅਗਰ ਕਿਸੇ ਨੇ ਮੰਨ ਲਈ ਹੈ ਕਿ ਮੇਰਾ ਆਧਾਰ ਉਹ ਅਕਾਲ ਪੁਰਖ ਪਰਮਾਤਮਾ ਹੀ ਹੈ, ਯਾਨੀ ਕਿ ਜਿਸ ਦੇ ਸਹਾਰੇ ਮੇਰੀ ਜ਼ਿੰਦਗੀ ਚੱਲ ਰਹੀ ਹੈ, ਤੇ ਫਿਰ ਇਹ ਚੀਜ਼ਾਂ ਵਾਪਰਦੀ ਉਹਦੇ ਜ਼ਿੰਦਗੀ ਵਿੱਚ, ਫਿਰ ਉਹ ਉਹਦੇ ਨਾਲ ਹੀ ਸਾਰੀਆਂ ਗੱਲਾਂ ਕਰਕੇ ਖੁਸ਼ ਹੁੰਦਾ ਹੈ। ਤੇ ਇੱਥੇ ਵੀ ਉਹੀ ਗੱਲ ਆਈ ਗਈ ਕਿ ਅਗਰ ਅਸੀਂ ਇਹਨੂੰ ਦੋ ਤਰੀਕੇ ਨਾਲ ਲੈ ਸਕਦੇ ਹਾਂ। ਇੱਕ ਹੋ ਗਿਆ ਕਿ ਇਹ ਮਨ ਤੁਝੇ ਚਿਤਾਰਾ ਹੈ, ਜਿਵੇਂ ਆਪਾਂ ਇਸ ਤੋਂ ਪਹਿਲੇ ਲਿੱਤਾ ਕਿ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰਾ। ਇਸ ਨੂੰ ਅਗਰ ਐਜ਼ ਅ ਬੇਨਤੀ ਰੂਪੀ ਆਪਾਂ ਲੈ ਸਕਦੇ ਹਾਂ। ਅਗਰ ਜ਼ਿੰਦਗੀ ਵਿੱਚ ਹਾਲੇ ਸਾਨੂੰ ਇਹ ਲੱਗ ਰਿਹਾ, ਮਹਿਸੂਸ ਹੋ ਰਿਹਾ, ਕਿਉਂਕਿ ਅਸੀਂ ਜਾਣਦੇ ਹਾਂ ਆਪਣੇ ਬਾਰੇ ਜਾਂ ਫਿਰ ਪਰਮਾਤਮਾ ਜਾਣਦਾ, ਕੋਈ ਹੋਰ ਦੂਜਾ ਨਹੀਂ ਜਾਣਦਾ। ਉਹਨੂੰ ਉਹ ਸਿਰਫ ਉਹੀ ਜਾਣਦਾ ਜੋ ਆਪਾਂ ਉਹਨੂੰ ਦਿਖਾ ਰਹੇ ਹਾਂ। ਪਰ ਅਸਲ ਵਿੱਚ ਸਾਨੂੰ ਆਪਣੇ ਮਨ ਦੀ, ਸਾਨੂੰ ਆਪਣੇ ਅੰਦਰ ਦੀ ਗੱਲਾਂ ਪਤਾ ਹੁੰਦੀਆਂ ਕਿ ਅਸੀਂ ਕੀ ਹਾਂ, ਅਸੀਂ ਕਿਸ ਲੈਵਲ 'ਤੇ ਖੜੇ ਹਾਂ ਇਸ ਟਾਈਮ। ਅਤੇ ਉਸ ਨੂੰ ਸਮਝਦੇ ਹੋਏ ਅਸੀਂ ਇਸ ਨੂੰ ਐਜ਼ ਅ ਬੇਨਤੀ ਰੂਪੀ ਲੈ ਸਕਦੇ ਹਾਂ ਕਿ ਇਹ ਵਾਹਿਗੁਰੂ ਜੀ ਅਜਿਹੀ ਕਿਰਪਾ ਕਰੋ। ਇੱਕ ਹੋ ਗਿਆ ਅਗਰ ਜੇ ਇਸ ਨੂੰ ਅਸੀਂ ਮੰਨ ਰਿਹਾ ਕਿ ਹਾਂਜੀ ਪਰਮਾਤਮਾ ਹੀ ਸਾਡੀ ਜ਼ਿੰਦਗੀ ਦਾ ਆਧਾਰ ਹੈ, ਤੇ ਫਿਰ ਆਪਾਂ ਇੱਕ ਇਸ ਨੂੰ ਭਰੋਸੇ ਵਾਂਗੂ ਕਹਿ ਸਕਦੇ ਹਾਂ ਕਿ ਹੁਣ ਤੇ ਹਰ ਵੇਲੇ ਮੈਂ ਪਰਮਾਤਮਾ ਨੂੰ ਹੀ ਚਿਤਾਰਦਾ ਵਾ, ਉਸ ਨੂੰ ਯਾਦ ਕਰਦਾ। ਤੇ ਸੁੱਖ ਹੋਰ ਭਾਵੇਂ ਸੁੱਖ ਹੋਵੇ, ਭਾਵੇਂ ਦੁੱਖ ਹੋਵੇ, ਭਾਵੇਂ ਮਨ ਦੀ ਕੋਈ ਵੀ ਅਵਸਥਾ ਹੋਵੇ, ਇਹ ਮਨ ਤੁਝ ਹੀ ਆ ਗਿਆ ਸਾਰਾ। ਭਾਵ ਮੈਂ ਤੇਰੇ ਅੱਗੇ ਹੀ ਜਿਹੜਾ ਹੈ ਹਰ ਇੱਕ ਗੱਲ ਖੋਲ ਕੇ ਰੱਖ ਦੇਣਾ। ਮੈਂ ਕਿਸੇ ਹੋਰ ਦੇ ਨਾਲ ਗੱਲ ਕਰਕੇ ਮੈਨੂੰ ਕਿਉਂਕਿ ਤਸੱਲੀ ਨਹੀਂ ਮਿਲਦੀ, ਸੰਤੁਸ਼ਟੀ ਨਹੀਂ ਮਿਲਦੀ। ਕਿਸੇ ਨਾਲ ਇੱਕ ਕੋਈ ਦੁੱਖ ਸਾਂਝਾ ਕਰੋ ਤੇ ਉਹ ਦੋ ਦੁੱਖ ਹੋਰ ਨਾਲ ਜੋੜ ਕੇ ਸਾਨੂੰ ਸੁਣਾ ਦਿੰਦਾ ਹੈ। ਤੇ ਸੁੱਖ ਸਾਂਝਾ ਕਰੋ ਤੇ ਕਈ ਵਾਰ ਮਾਫ ਕਰਨਾ ਕਿਸੇ ਦਾ ਸੁੱਖ ਦੇਖ ਕੇ ਦੂਜੇ ਕਈ ਵਾਰ ਉਹ ਵੀ ਨਹੀਂ ਜਾਰ ਪਾਉਂਦੇ, ਤੇ ਉਹ ਫਿਰ ਗੱਲ ਹੈ ਕਿ ਮਤਲਬ ਕਿ ਸੰਤੁਸ਼ਟੀ ਨਹੀਂ ਹੁੰਦੀ। ਅਗਰ ਸੁੱਖ ਦਾ ਕਹਿ ਲਓ ਕਿ ਅਗਰ ਸਾਂਝ ਪਾਈਏ ਜਾਂ ਦੁੱਖ ਦੀ ਸਾਂਝ ਪਾਈਏ, ਪਰ ਮਨ ਜਿਹੜਾ ਸੰਤੁਸ਼ਟ ਨਹੀਂ ਹੁੰਦਾ ਸੱਚੇ ਪਿਤਾ ਤੁਹਾਡੇ ਬਗੈਰ। ਇਸ ਲਈ ਮਨ ਕਰਦਾ ਕਿ ਤੁਹਾਡੇ ਅੱਗੇ ਅਸੀਂ ਤੁਹਾਡੇ ਨਾਲ ਗੱਲ ਕਰੀਏ। ਇਸ ਕਰਕੇ ਤੁਝ ਹੀ ਆ ਗਏ ਸਾਰੇ, ਸੁੱਖ ਦੁੱਖ ਇਸ ਮਨ ਕੀ ਬਿਰਥਾ ਤੁਝ ਹੀ ਆ ਗਏ ਸਾਰੇ। ਮੇਰੇ ਤੇ ਜਿਹੜੇ ਵੀ ਸੁੱਖ ਹੋਏ, ਭਾਵੇਂ ਦੁੱਖ ਹੋਏ, ਭਾਵੇਂ ਕੋਈ ਵੀ ਮਨ ਦੀ ਮੇਰੀ ਕਹਿ ਸਕਦੇ ਹਾਂ ਕਿ ਅਵਸਥਾ ਬਣਦੀ ਹੈ, ਉਹ ਸੱਚੇ ਪਿਤਾ ਉਹ ਤੇ ਤੁਹਾਡੇ ਅੱਗੇ ਹੀ ਹੈ। ਬਸ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ। ਸੱਚੇ ਪਿਤਾ ਜੀ ਤੁਸੀਂ ਹੀ ਮੇਰੀ ਸੱਚੀ ਓਟ ਭਾਵ ਆਸਰਾ ਹੋ। ਬਲ ਬੁੱਧ ਧਨ ਤੁਮ ਹੀ, ਜੋ ਮੇਰਾ ਜ਼ੋਰ ਹੈ, ਜੋ ਮੇਰੀ ਤਾਕਤ ਹੈ, ਜੋ ਮੈਂ ਕਹਿ ਸਕਦਾ ਕਿ ਮੇਰੀ ਅਕਲ ਹੈ, ਜਿਸ ਤਰ੍ਹਾਂ ਮੈਂ ਸੋਚਦਾ, ਬੁੱਧ ਭਾਵ ਅਕਲ, ਤੇ ਧਨ ਭਾਵ ਜੋ ਧਨ ਦੌਲਤ ਹੈ, ਉਹ ਮੇਰੇ ਲਈ ਅਸਲੀ ਜੋ ਧਨ ਦੌਲਤ ਹੈ ਤੁਸੀਂ ਹੋ। ਮੇਰੀ ਤਾਕਤ, ਮੇਰਾ ਕਹਿ ਸਕਦੇ ਹਾਂ ਮੇਰੀ ਸੋਚ, ਤੇ ਮੇਰਾ ਕਹਿ ਸਕਦੇ ਹਾਂ ਅਸਲ ਧਨ ਉਹ ਸੱਚੇ ਪਿਤਾ ਜੀ ਤੁਸੀਂ ਹੀ ਹੋ। ਤੂੰ ਮੇਰੀ ਓਟ, ਤੁਸੀਂ ਹੀ ਮੇਰਾ ਆਸਰਾ ਹੋ। ਬਲ ਬੁੱਧ ਧਨ ਤੁਮ ਹੀ, ਤੁਸੀਂ ਹੀ ਹੋ। ਤੁਮ ਹੈ ਮੇਰਾ ਪਰਿਵਾਰ ਹੈ। ਅਸਲ ਵਿੱਚ ਤੁਸੀਂ ਹੀ ਮੇਰੇ ਪਰਿਵਾਰ ਹੋ, ਕਿਉਂਕਿ ਅਸਲ ਵਿੱਚ ਨਿਭਾਉਣ ਵਾਲੇ ਤੁਸੀਂ ਹੋ। ਅਸੀਂ ਕਈ ਵਾਰ ਦੇਖਿਆ ਸਗਾ ਭਰਾ ਹੁੰਦਾ ਹੈ, ਉਹ ਵੀ ਧੋਖਾ ਦੇ ਜਾਂਦਾ ਹੈ ਨਾ, ਤੇ ਹੋਰ ਰਿਸ਼ਤੇ ਦੇ ਦੂਰ ਦੀ ਗੱਲਾਂ ਰਹਿ ਗਈਆਂ। ਤੇ ਲੇਕਿਨ ਜੋ ਸੱਚਾ ਜੋ ਰਿਸ਼ਤਾ ਹੈ ਸਾਡਾ ਹੈ, ਉਹ ਇਸ ਜੀਵ ਆਤਮਾ ਦਾ ਉਸ ਅਕਾਲ ਪੁਰਖ ਨਾਲ ਹੈ, ਕਿਉਂਕਿ ਉਹ ਜੋ ਅਕਾਲ ਪੁਰਖ ਹੈ ਉਹ ਕਦੇ ਕਿਸੇ ਨੂੰ ਧੋਖਾ ਨਹੀਂ ਦੇ ਸਕਦਾ। ਇਸ ਲਈ ਤੁਮੇ ਮੇਰਾ ਪਰਿਵਾਰ ਹੈ, ਤੁਸੀਂ ਮੇਰੇ ਅਸਲ ਪਰਿਵਾਰ ਹੋ, ਫੈਮਿਲੀ ਹੋ। ਜੋ ਤੁਮ ਕਰੋ, ਜੋ ਵੀ ਤੁਸੀਂ ਕਰਦੇ ਹੋ ਸੱਚੇ ਪਿਤਾ ਜੀ, ਸੋਈ ਭਲ ਹਮਰਾ। ਬੜੀ ਪਿਆਰ ਵਾਲੀ ਗੱਲ ਹੈ ਕਿ ਤੁਸੀਂ ਜੋ ਵੀ ਕਰੋ, ਚਾਹੇ ਤੁਸੀਂ ਮੈਨੂੰ ਸੁੱਖ ਦਿੰਦੇ ਹੋ, ਦੁੱਖ ਦਿੰਦੇ ਹੋ, ਜੋ ਵੀ ਕੰਮ ਕਰ ਰਹੇ ਹੋ ਮੇਰੇ ਆਲੇ ਦੁਆਲੇ, ਜੋ ਮੈਂ ਦੇਖ ਪਾ ਰਿਹਾ ਤੁਹਾਡੀ ਦਿੱਤੀ ਹੋਈ ਅੱਖਾਂ ਦੇ ਨਾਲ, ਸੋਈ ਭਲ ਹਮਰਾ, ਉਹ ਮੇਰੇ ਲਈ ਅਸਲ ਵਿੱਚ ਕੀ ਹੈ ਜੀ, ਚੰਗਾ ਹੈ। ਪਰ ਕਈ ਵਾਰ ਮਨ ਸਮਝ ਨਹੀਂ ਪਾਉਂਦਾ, ਕੁਝ ਸਮਾਂ ਲੱਗਦਾ ਹੈ, ਕਈ ਵਾਰ
ਦੇਰ ਨਾਲ ਸਮਝਦਾ ਹੈ, ਪਰ ਸਮਝਦਾ ਜ਼ਰੂਰ ਹੈ ਜੇ ਅਗਰ ਉਹ ਸਮਝਣਾ ਚਾਹੁੰਦਾ ਹੈ। ਤੇ ਇਸ ਪਾਸੇ ਅਗਰ ਉਹਦੀ ਕਹਿ ਸਕਦੇ ਹਾਂ ਕਿ ਅਗਰ ਮਾਈਂਡ ਸੈਟਅਪ ਅਜਿਹਾ ਹੈ ਕਿ ਉਹ ਵਾਹਿਗੁਰੂ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਸਮਝਦਾ ਹੈ, ਤਾਂ ਇਹ ਗੱਲ ਨੂੰ ਜ਼ਰੂਰ ਸਮਝੇਗਾ ਕਿ ਜੋ ਤੁਮ ਕਰੋ ਹੈ ਸੱਚੇ ਪਿਤਾ ਜੀ, ਜੋ ਵੀ ਤੁਸੀਂ ਕਰ ਰਹੇ ਹੋ ਸੋਈ ਭਲ ਹਮਰਾ, ਉਹ ਮੇਰੇ ਲਈ ਭਲੇ ਦੀ ਗੱਲ ਹੀ ਹੈ। ਸੋਈ ਭਲ ਹਮਰਾ, ਉਹ ਮੇਰੇ ਲਈ ਭਲਾ ਹੀ ਹੈ। ਪਰ ਗੱਲ ਵੱਖਰੀ ਕਿ ਮੈਨੂੰ ਸਮਝ ਨਹੀਂ ਆ ਰਹੀ, ਲੇਕਿਨ ਤੁਹਾਡੇ ਅੱਗੇ ਬੇਨਤੀ ਜੋੜ ਰਹੀ ਹੈ ਕਿ ਤੁਸੀਂ ਸਾਨੂੰ ਆਪਣਾ ਸਿਰ ਤੇ ਮੇਰੇ ਪਰ ਹੱਥ ਰੱਖ ਕੇ ਸਾਡੇ ਤੇ ਸਾਨੂੰ ਇਹ ਗੱਲ ਸਮਝਾ ਦਿਓ ਕਿ ਜੋ ਵੀ ਤੁਸੀਂ ਕਰ ਰਹੇ ਹੋ ਸਾਡੇ ਲਈ ਕੀ ਹੈ ਜੀ, ਭਲਾ ਹੈ। ਜੋ ਤੁਮ ਕਰੋ ਸੋਈ ਭਲ ਹਮਰਾ, ਪੇਖ ਨਾਨਕ ਸੁਖ ਚਰਨਾਰ ਹੈ। ਤੇ ਪੇਖ ਭਾਵ ਦੇਖੋ, ਪੇਖ ਭਾਵ ਮੈਂ ਦੇਖਦਾ ਹਾਂ, ਨਾਨਕ ਸੁਖ ਚਰਨਾਰ ਹੈ। ਜਿਵੇਂ ਕਿ ਦੱਸਿਆ ਜਾਂਦਾ ਕਿ ਨਾਨਕ ਇੱਕ ਮੋਹਰ ਵਜਾਉਂਦਾ, ਇਹਦਾ ਕੋਈ ਅਲੱਗ ਤੋਂ ਅਰਥ ਨਹੀਂ ਹੁੰਦਾ। ਤੇ ਆਪਾਂ ਲੈਂਦੇ ਹਾਂ ਸੁਖ ਚਰਨਾਰ ਹੈ। ਕੀ ਦੇਖਦਾ ਹੁਣ ਮੈਨੂੰ ਤੇ ਸਿਰਫ ਇੱਕੋ ਚੀਜ਼ ਨਜ਼ਰ ਆਉਂਦੀ ਹੈ, ਜੋ ਜਿੰਨੇ ਵੀ ਦੁਨਿਆਵੀ ਕਹਿ ਸਕਦੇ ਹਾਂ ਸੁੱਖ ਹੈ ਜਾਂ ਅੰਦਰਲੇ ਸੁੱਖ ਹਨ, ਯਾਨੀ ਕਿ ਹਰ ਇੱਕ ਸੁੱਖ ਜਿਹੜਾ ਉਹ ਕਿੱਥੇ ਹੈ ਜੀ, ਚਰਨਾਰ ਹੈ। ਭਾਵ ਤੁਹਾਡੇ ਚਰਨਾਂ ਵਿੱਚ ਹੈ ਸੱਚੇ ਪਿਤਾ ਜੀ। ਅਸੀਂ ਪਹਿਲੇ ਵੀ ਵਿਚਾਰਿਆ ਸੀਗਾ ਕਿ ਗੁਰੂ ਦੇ ਚਰਨ ਕਿਹੜੇ ਹਨ, ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ। ਤੇ ਇਸ ਬਾਣੀ ਵਿੱਚ ਹੀ, ਉਹਦੇ ਸ਼ਬਦ ਵਿੱਚ ਹੀ, ਉਹਦੇ ਬਚਨਾਂ ਵਿੱਚ ਹੀ ਸਾਰੇ ਸੁੱਖ ਹਨ। ਪਰ ਮਾਫ ਕਰਨਾ, ਅੱਜ ਸਾਡੇ ਕੋਲ ਸਮਾਂ ਹੀ ਨਹੀਂ ਹੈ। ਕਈ ਵਾਰ ਆਪਾਂ ਕਹਿ ਦਿੰਦੇ ਹਾਂ ਜੀ ਬੱਚਿਆਂ ਦੇ ਐਗਜ਼ਾਮ ਹਨ। ਮੈਨੂੰ ਸੱਚ ਦੱਸਾਂ, ਕਈ ਵਾਰ ਮੈਨੂੰ ਬੜਾ ਦੁੱਖ ਹੁੰਦਾ ਹੈ ਗੱਲ ਸੁਣ ਕੇ ਕਿ ਸੱਚ ਵਿੱਚ ਇਮਾਨਦਾਰੀ ਸਾਡੇ ਵਿੱਚੋਂ ਨਿਕਲ ਗਈ ਹੈ। ਕੌਣ ਕਹਿ ਸਕਦਾ ਹੈ ਦਾਅਵੇ ਦੇ ਨਾਲ ਕਿ ਅਗਰ ਬੱਚੇ ਦੇ ਐਗਜ਼ਾਮ ਹਨ ਤੇ ਪੂਰੇ ਦਿਨ ਵਿੱਚ ਇੱਕ ਚੰਗੀ ਵੀਡੀਓ ਨਹੀਂ ਸੁਣ ਸਕਦਾ, ਕਿ ਉਹ ਪੂਰਾ ਦਿਨ ਮੋਬਾਈਲ ਨਹੀਂ ਵਰਤੇਗਾ, ਕਿ ਉਹ ਫੇਸਬੁੱਕ ਵਟਸਐਪ ਨਹੀਂ ਯੂਜ਼ ਕਰੇਗਾ, ਕੋਈ ਵੀ ਅਜਿਹਾ ਫਾਲਤੂ ਕੰਮ ਨਹੀਂ ਕਰੇਗਾ ਜਿਹਨਾਂ ਉਹਦਾ ਸਮਾਂ ਵੇਸਟ ਹੋਏ, ਕਿ ਸਿਰਫ ਬਾਣੀ ਵਾਲੀ ਜਿਹੜੀ ਵੀਡੀਓ ਹੈ ਅਰਥ ਸੁਣਨ ਦੇ ਨਾਲ ਹੀ ਉਹਦਾ ਸਮਾਂ ਵੇਸਟ ਹੋਏਗਾ। ਕਈ ਵਾਰ ਇਹ ਗੱਲ ਸੁਣ ਕੇ ਸੱਚ ਦੱਸਾਂ ਮਨ ਨੂੰ ਧੱਕਾ ਲੱਗਦਾ। ਤੇ ਅਸੀਂ ਕਈ ਵਾਰ ਹੁਣ ਇਹ ਕਿਉਂਕਿ ਕੁਛ ਗੱਲਾਂ ਆਈਆਂ ਹਨ ਸਾਹਮਣੇ, ਇਸ ਲਈ ਮਾਫੀ ਚਾਹੁੰਦਾ ਕਿ ਮੈਨੂੰ ਸ਼ੇਅਰ ਕਰਨੀਆਂ ਪੈ ਰਹੀਆਂ ਹਨ, ਕਿ ਫੋਨ ਆਉਂਦੇ ਹਨ ਕਿ ਵੀਰ ਜੀ ਆਪਾਂ ਪਾਰਟਿਸਿਪੇਟ ਤੇ ਕੀਤਾ ਸੀਗਾ ਪਰ ਅਸੀਂ ਹੁਣ ਕੰਟੀਨਿਊ ਨਹੀਂ ਕਰ ਪਾ ਰਹੇ, ਬੱਚੇ ਦੇ ਐਗਜ਼ਾਮ। ਪਰ ਦੇਖੋ ਐਗਜ਼ਾਮ ਤੇ ਪੂਰੀ ਜ਼ਿੰਦਗੀ ਚੱਲਦੇ ਹੀ ਰਹਿਣੇ ਨੇ, ਪਰ ਜਿਹੜਾ ਕਹਿ ਸਕਦੇ ਆ ਕਿ ਸਾਨੂੰ ਜਦ ਮੌਕਾ ਮਿਲਦਾ ਨਾ ਕੁਝ ਚੰਗੇ ਪਾਸੇ ਧਿਆਨ ਦੇਣ ਦਾ, ਉਦੋਂ ਜ਼ਰੂਰ ਫਿਰ ਉਹੀ ਮਾਇਆ ਜਿਹੜੀ ਹੈ ਨਾ, ਇਹੀ ਤੇ ਉਹਦੇ ਰੂਪ ਨੇ। ਮਾਇਆ ਦਾ ਕੰਮ ਕਿ ਉਹਨੇ ਚੰਗੇ ਪਾਸੇ ਲੱਗਣ ਹੀ ਨਹੀਂ ਦੇਣਾ। ਉਹਨੇ ਕੋਈ ਨਾ ਕੋਈ ਅਜਿਹਾ ਦਿਮਾਗ 'ਚ ਚੀਜ਼ ਪਾ ਦੇਣੀ ਜਿਹਦੇ ਨਾਲ ਸਾਨੂੰ ਚੰਗੇ ਪਾਸੇ ਸਾਡਾ ਦਿਮਾਗ ਹਟੇ ਔਰ ਅਸੀਂ ਫਿਰ ਪੁੱਠੇ ਪਾਸੇ ਚਲੇ ਜਾਈਏ। ਹੁਣ ਐਗਜ਼ਾਮ ਕਿ ਪੂਰੇ ਦਿਨ ਬੱਚੇ ਪੜ੍ਹਦੇ, ਸਾਨੂੰ ਸਭ ਨੂੰ ਪਤਾ ਕਿ ਨਹੀਂ ਪੜ੍ਹਦੇ, ਹੈ ਨਾ। ਤੇ ਬਾਕੀ ਸਾਰੇ ਕੰਮ ਵੀ ਤੇ ਆਪਾਂ ਕਰਾਂਗੇ ਨਾ। ਤੇ ਪੂਰਾ ਦਿਨ ਕੀ 10 ਮਿੰਟ ਨਹੀਂ ਨਿਕਲ ਸਕਦੇ? ਬਿਲਕੁਲ ਨਿਕਲ ਸਕਦੇ ਹਨ, ਜੇ ਸਾਡੇ ਅੰਦਰ ਇਮਾਨਦਾਰੀ, ਜੇ ਅਸੀਂ ਚਾਹੁੰਦੇ ਹਾਂ ਕਿ ਹਾਂ ਬਈ ਸਾਨੂੰ ਕੁਝ ਅੱਛਾ ਸੁਣਨ ਨੂੰ ਮਿਲ ਰਿਹਾ ਹੈ, ਕੋਈ ਅਸੀਂ ਅਗਰ ਜਿਹਨੂੰ ਨਤਮਸਤਕ ਹੋ ਰਹੇ ਹਾਂ ਉਹਦੇ ਬਾਰੇ ਅਸੀਂ ਇਮਾਨਦਾਰੀ ਨਾਲ ਅਗਰ ਜਾਣਨਾ ਚਾਹੁੰਦੇ ਹਾਂ ਤੇ ਅਸੀਂ ਜ਼ਰੂਰ ਕੱਢਾਂਗੇ। ਮਾਫੀ ਚਾਹੁੰਦਾ, ਵੀਡੀਓ ਥੋੜੀ ਜਿਹੀ ਲੰਬੀ ਹੋ ਗਈ, ਪਰ ਕੁਝ ਗੱਲਾਂ ਕਰਨੀਆਂ ਜ਼ਰੂਰੀਆਂ ਸੀਗੀਆਂ। ਤੇ ਉਮੀਦ ਹੈ ਆਪ ਜੀ ਕਮੈਂਟ ਬਾਕਸ ਵਿੱਚ ਆਪਣੀਆਂ ਅਸੀਸਾਂ ਜ਼ਰੂਰ ਦਿਓਗੇ। ਤੇ ਕੋਈ ਵੀ ਆਪ ਜੀ ਦਾ ਕਹਿ ਸਕਦੇ ਹਾਂ ਕੀਮਤੀ ਸੁਝਾਅ ਹੈ, ਇੱਕ ਸੁਝਾਅ ਜਿਹੜਾ ਉਹ ਮੇਰੇ ਲਈ ਬਹੁਤ ਵੱਡਮੁੱਲਾ ਹੈ। ਤੇ ਇਸ ਲਈ ਜੋ ਵੀ ਆਪ ਜੀ ਨੂੰ ਕੋਈ ਅਗਰ ਕਮੀ ਪੇਸ਼ੀ ਲੱਗਦੀ ਹੈ ਉਹ ਵੀ ਜ਼ਰੂਰ ਦੱਸਿਆ ਕਰੋ, ਕਿਉਂਕਿ ਹਮੇਸ਼ਾ ਕਹਿਣਾ ਕਿ ਉਪਰਾਲਾ ਕੋਈ ਇੱਕ ਬੰਦਾ ਕਰ ਹੀ ਨਹੀਂ ਸਕਦਾ, ਇਹ ਸੰਗਤ ਰੂਪੀ ਸਭ ਮਿਲ ਕੇ ਹੀ ਕਰਦੇ ਹਨ। ਗੁਰੂ ਸਾਹਿਬ ਦੀ ਅਸੀਸ ਸਦਕਾ ਹੀ ਹੋ ਸਕਦਾ ਹੈ। ਤੇ ਅਸੀਂ ਸਾਰੇ ਮਿਲ ਕੇ ਹੀ ਉਸ ਗੁਰੂ ਸਾਹਿਬ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਜਿਹਦੇ ਲਈ ਸਾਨੂੰ ਸਭ ਦਾ ਸਹਿਯੋਗ ਜ਼ਰੂਰੀ ਹੈ। ਇਸ ਲਈ ਸਾਰੇ ਆਪਣਾ ਬਣਦਾ ਫਰਜ਼ ਨਿਭਾਓ। ਜੋ ਜਿਹੜੀ ਵੀ ਸੇਵਾ ਇਸ ਵਿੱਚ ਨਿਭਾ ਸਕਦਾ ਹੈ ਉਹ ਜ਼ਰੂਰ ਦਾਸ ਨਾਲ ਕੰਟੈਕਟ ਕਰਿਆ ਕਰੋ ਜੀ। ਭੁੱਲਾਂ ਚੁੱਕਾ ਦੀ ਖਿਮਾ, ਆਓ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।